ਅੰਮ੍ਰਿਤਸਰ ਸ਼ਹਿਰ ਵਿੱਚ ਆਰੀਆ ਸਮਾਜੀਆਂ ਦਾ ਇੱਕ ਅੰਧ ਵਿਦਿਆਲਾ ਸੀ। ਦੁਪਹਿਰ ਤੋਂ ਬਾਅਦ ਦਾ ਸਮਾਂ ਸੀ। ਉਸ ਅੰਧ ਵਿਦਿਆਲੇ ਦੇ ਕੁਝ ਵਿਦਿਆਰਥੀ ਸੈਰ ਕਰਕੇ ਵਾਪਸ ਆ ਰਹੇ ਸਨ। ਲਗਭਗ 25-30 ਵਿਦਿਆਰਥੀ ਤੇ 2 ਜਾਂ 3 ਮਾਸਟਰ ਵੀ ਹੈ ਸਨ। ਭਾਈ ਸਾਹਿਬ ਦੀ ਕੋਠੀ ਦੇ ਨੇੜੇ ਕਿਸੇ ਨੇ ਸ਼ਹਿਦ ਦੀਆਂ ਮੱਖੀਆਂ ਨੂੰ ਛੇੜਿਆ। ਮੱਖੀਆਂ ਨੇ ਬੱਚਿਆਂ ਉੱਤੇ ਹਮਲਾ ਕਰ ਦਿੱਤਾ। ਬੱਚਿਆਂ ਨੇ ਤੇ ਪੂਰੇ ਕੱਪੜੇ ਵੀ ਨਹੀਂ ਸਨ ਪਾਏ ਹੋਏ। ਕਿਸੇ ਦੀ ਅੱਧੀ ਬਾਂਹ ਵਾਲੀ ਕਮੀਜ਼ ਸੀ, ਕਿਸੇ ਦੇ ਤੇੜ ਸਿਰਫ ਕਸਹਿਰਾ ਹੀ ਸੀ ਤੇ ਕਿਸੇ ਦੇ ਨਿੱਕਰ। ਸ਼ਹਿਦ ਦੀਆਂ ਮੱਖੀਆਂ ਉਹਨਾਂ ਨੂੰ ਚੰਬੜ ਗਈਆਂ ਤੇ ਉਹ ਜ਼ਮੀਨ ਉੱਤੇ ਵਿਲਕਦੇ, ਰੋਂਦੇ ਤੇ ਚੀਕਾਂ ਮਾਰ ਰਹੇ ਸਨ। ਸ਼ਹਿਦ ਦੀਆਂ ਮੱਖੀਆਂ ਦਾ ਹਮਲਾ ਬੜਾ ਦਰਦਨਾਕ ਤੇ ਖਤਰਨਾਕ ਹੁੰਦਾ ਹੈ। ਭਾਈ ਸਾਹਿਬ ਦੀ ਕੋਠੀ ਸੜਕ ਤੋਂ ਕਾਫੀ ਦੂਰ ਸੀ। ਉਹ ਆਪ ਅੰਦਰ ਕੰਮ ਕਰ ਰਹੇ ਸਨ। ਜਦੋਂ ਚੀਕਾਂ ਦੀ ਦਰਦਨਾਕ ਆਵਾਜ਼ ਅੰਦਰ ਆਈ ਨਾ, ਤਾਂ ਭਾਈ ਸਾਹਿਬ ਝਟਪਟ ਗੇਟ ਵੱਲ ਆਏ ਤੇ ਬੜਾ ਦਰਦਨਾਕ ਨਜ਼ਾਰਾ ਵੇਖਿਆ। ਆਲੇ ਦੁਆਲੇ ਦੀਆਂ ਕੋਠੀਆਂ ਵਾਲੇ ਲੋਕ ਆਪਣੇ ਵਿਹੜਿਆਂ ਤੇ ਬਰਾਂਡਿਆਂ ਵਿੱਚ ਖੜੇ ਤਮਾਸ਼ਾ ਵੇਖ ਰਹੇ ਸਨ। ਆਪ ਦੇ ਨੌਕਰ ਤੇ ਮਾਲੀ ਵੀ ਗੇਟ ਤੇ ਖੜੇ ਸਨ। ਭਾਈ ਸਾਹਿਬ ਨੇ ਲੋਕਾਂ ਨੂੰ ਲਲਕਾਰਿਆ, ਇਹ ਤਮਾਸ਼ਾ ਨਹੀਂ, ਦਰਦਨਾਕ ਸੀਨ ਹੈ। ਜਲਦੀ ਆਓ ਤੇ ਮਦਦ ਕਰੋ, ਸਾਰੇ ਬੱਚਿਆਂ ਵਾਲਿਓ। ਫਟਾਫਟ ਆਪਣੇ ਘਰੋਂ ਖੇਸ, ਦਰੀਆਂ ਤੇ ਚਾਦਰਾਂ ਲਿਆਓ ਤੇ ਉਦਮ ਕਰਕੇ ਹਰੇਕ ਬੱਚੇ ਨੂੰ ਖੇਸ ਤੇ ਚਾਦਰ ਵਿੱਚ ਬੰਨ੍ਹ ਦਿਓ। ਜਿੱਥੇ ਮੱਖੀਆਂ ਨੇ ਨਾ, ਖੇਸ ਦੇ ਅੰਦਰ ਮਿੱਧ ਕੇ ਮਲ ਦਿਓ, ਮਰ ਜਾਣਗੀਆਂ। ਜਦੋਂ ਕੁਝ ਦੇਰ ਇਸ ਤਰ੍ਹਾਂ ਕਰੋਗੇ ਤਾਂ ਬਾਕੀ ਦੀਆਂ ਮੱਖੀਆਂ ਦਾ ਦਲ ਆਪੇ ਵਾਪਸ ਮੁੜ ਜਾਏਗਾ। ਆਪ ਨੇ ਕਿਸੇ ਕਿਤਾਬ ਵਿੱਚ ਇਹ ਵਿਉਂਤ ਪੜ੍ਹੀ ਹੋਈ ਸੀ। ਆਪ ਆਪਣੇ ਅੰਦਰ ਜਾ ਕੇ ਖੇਸ ਤੇ ਚਾਦਰਾਂ ਚੁੱਕ ਲਿਆਏ। ਆਪ ਨੇ ਆਪਣੇ ਨੌਕਰਾਂ ਨੂੰ ਪ੍ਰੇਰਿਆ। ਜਦੋਂ ਕੰਮ ਆਰੰਭ ਹੋ ਗਿਆ ਤਾਂ ਹੋਰ ਆਂਢੀ ਗੁਆਂਢੀ ਸੱਜਣ ਵੀ ਮਦਦ ਨੂੰ ਆ ਗਏ। ਥੋੜੇ ਮਿੰਟਾਂ ਬਾਅਦ ਹੀ ਸਾਰੇ ਬੱਚੇ ਚਾਦਰਾਂ ਖੇਸਾਂ ਵਿੱਚ ਲਪੇਟੇ ਗਏ। ਕੁਝ ਸਮੇਂ ਬਾਅਦ ਬਾਕੀ ਦੀਆਂ ਮੱਖੀਆਂ ਚਲੀਆਂ ਗਈਆਂ। ਆਪ ਨੇ ਆਪਣੇ ਸਾਹਮਣੇ ਖੇਸ ਤੇ ਚਾਦਰਾਂ ਖੁਲਵਾਏ। ਜਿਨ੍ਹਾਂ ਦੇ ਜ਼ਖਮ ਹੋ ਗਏ ਸਨ ਉਹਨਾਂ ਨੂੰ ਦਵਾਈਆਂ ਲਵਾਈਆਂ। ਇਨ੍ਹਾਂ ਵਿੱਚ 3-4 ਬੱਚੇ ਸਿੱਖ ਵੀ ਸਨ। ਜਦੋਂ ਉਹਨਾਂ ਨੇ ਇਹ ਬੱਚੇ ਵੇਖੇ ਤਾਂ ਆਪ ਨੇ ਉਹਨਾਂ ਤੋਂ ਪੁੱਛਿਆ। ਉਹਨਾਂ ਨੇ ਦੱਸਿਆ ਕਿ ਅਸੀਂ ਫਲਾਣੇ ਪਿੰਡਾਂ ਵਿੱਚੋਂ ਸਿੱਖਾਂ ਦੇ ਪਰਿਵਾਰਾਂ ਦੇ ਬੱਚੇ ਹਾਂ। ਹੋਰ ਵੀ 2-4 ਬੱਚੇ ਸਿੱਖ ਸਨ, ਪਰ ਆਰੀਆ ਸਮਾਜੀਆਂ ਨੇ ਉਹਨਾਂ ਤੇ ਜ਼ੋਰ ਪਾ ਕੇ ਉਹਨਾਂ ਦੇ ਸਿਰ ਮੁੰਨਵਾ ਦਿੱਤੇ ਸਨ। ਉਹ ਬੱਚੇ ਆਖਣ ਲੱਗੇ, ਹੁਣ ਸਾਡੇ ਤੇ ਵੀ ਜ਼ੋਰ ਪਾ ਰਹੇ ਨੇ, ਪਰ ਅਸੀਂ ਹਾਲਾਂ ਮੰਨੇ ਨਹੀਂ। ਭਾਈ ਸਾਹਿਬ ਇਹ ਸੁਣ ਕੇ ਬੜੇ ਉਦਾਸ ਹੋਏ। ਰਾਤ ਨੂੰ ਨੀਂਦ ਨਾ ਆਈ। ਕੋਈ ਸਮਾਂ ਸੀ ਕਿ ਗੁਰਦੁਆਰੇ, ਡੇਰੇ ਤੇ ਟਿਕਾਣੇ ਸੂਰਮਿਆਂ ਲਈ ਟਕਸਾਲ ਹੁੰਦੇ ਸਨ। ਪੰਜਾਬ ਵਿੱਚ ਕਿਸੇ ਹੋਰ ਦੂਜੀ ਸੰਸਥਾ ਵੱਲੋਂ ਕੋਈ ਪ੍ਰਬੰਧ ਨਹੀਂ ਸੀ ਹੁੰਦਾ। ਸਗੋਂ ਦੂਜੇ ਧਰਮਾਂ ਦੇ ਸੂਰਮੇ, ਭਾਵ ਅੱਖਾਂ ਤੋਂ ਹੀਣੇ ਮਨੁੱਖ, ਸਾਡੇ ਅਸਥਾਨਾਂ ਵਿੱਚ ਆ ਕੇ ਕੋਈ ਰਾਗ ਵਿਦਿਆ ਤੇ ਕੋਈ ਤਬਲਾ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਿੱਖਦੇ ਤੇ ਤਿਆਰ ਹੋ ਕੇ ਦੇਸ਼ ਵਿੱਚ ਪ੍ਰਚਾਰ ਕਰਦੇ ਸਨ। ਬਹੁਤੇ ਸਿੰਘ ਸੱਜ ਜਾਂਦੇ ਸਨ। ਪਰ ਅੱਜ ਕੌਮ ਦੇ ਵੱਡੇ ਅਭਾਗ ਕਿ ਦਿਨ ਇਹ ਆ ਗਏ ਨੇ ਕਿ ਸਿੱਖ ਬੱਚਿਆਂ ਦੇ ਸੂਰਮੇ ਦੂਜੇ ਧਰਮਾਂ ਦੇ ਆਸ਼ਰਮਾਂ ਵਿੱਚ ਜਾ ਕੇ ਸਿੱਖੀ ਤੋਂ ਪਤਿਤ ਹੋ ਰਹੇ ਨੇ। ਭਾਈ ਸਾਹਿਬ ਬਹੁਤ ਦੁਖੀ ਹੋਏ। ਸਵੇਰੇ ਜਾ ਕੇ ਚੀਫ ਖਾਲਸਾ ਦੀਵਾਨ ਦੇ ਸੱਜਣਾਂ ਨੂੰ ਮਿਲੇ। ਦਰਦ ਭਰੇ ਦਿਲ ਨਾਲ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਤਜਵੀਜ਼ ਪੇਸ਼ ਕੀਤੀ ਕਿ ਯਤੀਮਖਾਨੇ ਦੇ ਵਿੱਚ ਹੀ ਇੱਕ ਅੰਧ ਵਿਦਿਆਲਾ ਵੀ ਖੋਲ੍ਹਿਆ ਜਾਏ, ਜਿਸ ਨਾਲ ਸਿੱਖ ਬੱਚੇ ਪਤਿਤ ਹੋਣ ਤੋਂ ਬਚਾਏ ਜਾਣ। ਚੀਫ ਖਾਲਸਾ ਦੀਵਾਨ ਦੇ ਸੱਜਣ ਆਖਣ ਲੱਗੇ, ਬਈ ਯਤੀਮਖਾਨੇ ਦਾ ਖਰਚਾ ਤੇ ਪੂਰਾ ਨਹੀਂ ਹੁੰਦਾ। ਰਾਤ ਦਿਨ ਯਤੀਮਖਾਨਾ ਚਲਾਉਣ ਦਾ ਹੀ ਫਿਕਰ ਬਣਿਆ ਰਹਿੰਦਾ ਹੈ। ਹੋਰ ਜ਼ਿੰਮੇਵਾਰੀ ਕਿਸ ਤਰ੍ਹਾਂ ਲਈਏ? ਬਿਨਾਂ ਮਾਇਆ ਤੋਂ ਆਸ਼ਰਮ ਕਿਵੇਂ ਚੱਲਣਗੇ? ਭਾਈ ਸਾਹਿਬ ਜੀ ਨੇ ਕਿਹਾ, ਤੁਸੀਂ ਆਸ਼ਰਮ ਖੋਲ੍ਹ ਦਿਓ, ਗੁਰੂ ਦੇ ਆਸਰੇ ਰਕਮ ਅਸੀਂ ਇਕੱਠੀ ਕਰ ਦਿਆਂਗੇ। ਕਮੇਟੀ ਜਦੋਂ ਕਹੇ ਉਦੋਂ ਹੀ ਪੈਸੇ ਜਮ੍ਹਾਂ ਹੋ ਜਾਣਗੇ। ਉਹਨਾਂ ਨੇ ਆਖਿਆ, ਠੀਕ ਹੈ ਜੀ, ਜਦੋਂ ਪੈਸੇ ਜਮ੍ਹਾਂ ਹੋ ਜਾਣਗੇ ਤਾਂ ਆਸ਼ਰਮ ਖੋਲ੍ਹ ਦਿਆਂਗੇ।
ਪਰ ਭਾਈ ਸਾਹਿਬ ਜੀ ਨੂੰ ਫਿਕਰ ਸੀ ਬਈ 3-4 ਸਿੱਖ ਬੱਚੇ ਜਿਹੜੇ ਆਰੀਆ ਸਮਾਜੀਆਂ ਦੇ ਆਸ਼ਰਮ ਵਿੱਚ ਸਨ, ਉਹਨਾਂ ਨੂੰ ਪਤਿਤ ਹੋਣ ਤੋਂ ਕਿਵੇਂ ਬਚਾਇਆ ਜਾਵੇ। ਭਾਈ ਸਾਹਿਬ ਦੇ ਉਦਮ ਨਾਲ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਰੁਪਏ ਇਕੱਠੇ ਹੋ ਗਏ ਤੇ ਆਸ਼ਰਮ ਖੁੱਲ੍ਹ ਗਿਆ। ਸਭ ਤੋਂ ਪਹਿਲਾਂ ਆਰੀਆ ਸਮਾਜੀ ਆਸ਼ਰਮ ਵਾਲੇ ਸਿੱਖ ਬੱਚੇ ਉੱਥੋਂ ਕਢਵਾ ਕੇ ਇਸ ਆਸ਼ਰਮ ਵਿੱਚ ਦਾਖਲ ਕੀਤੇ ਗਏ। ਹੋਰ ਵੀ ਕਈ ਬੱਚੇ ਆਏ। ਉਹਨਾਂ ਦੀ ਪੜ੍ਹਾਈ ਲਈ ਘਰੇਲੂ ਸਿਸਟਮ ਦਾ ਪ੍ਰਬੰਧ ਕਰਵਾਇਆ। ਬੱਚਿਆਂ ਨੂੰ ਕੁਰਸੀਆਂ ਬੁਣਨੀਆਂ ਸਿਖਾਈਆਂ ਜਾਣ ਲੱਗੀਆਂ। ਇਹ ਆਸ਼ਰਮ ਅੱਜ ਤੱਕ ਵੀ ਚੱਲਦਾ ਹੈ। ਭਾਈ ਸਾਹਿਬ ਦਾ ਸਿੱਖੀ ਲਈ ਦਰਦ ਵੇਖੋ ਕਿ ਜਦੋਂ ਤੱਕ ਉਹ ਬੱਚੇ ਆਰੀਆ ਸਮਾਜੀ ਆਸ਼ਰਮ ਵਿੱਚੋਂ ਕੱਢ ਕੇ ਯਤੀਮਖਾਨੇ ਸਿੱਖ ਆਸ਼ਰਮ ਵਿੱਚ ਦਾਖਲ ਨਹੀਂ ਕਰਵਾਏ, ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇ। ਇੱਕ ਵਾਰੀ ਭਾਈ ਸਾਹਿਬ ਪੰਜਾਬ ਅਸੈਂਬਲੀ ਦੇ ਸਰਦੀਆਂ ਦੇ ਸੈਸ਼ਨ ਲਈ ਚੰਡੀਗੜ੍ਹ ਆਏ ਹੋਏ ਸਨ। ਸੰਤ ਕਰਤਾਰ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਾ ਤੇ ਆਪ ਭਾਈ ਸਾਹਿਬ ਨੂੰ ਮਿਲਣ ਲਈ ਉੱਥੇ ਪਹੁੰਚ ਗਏ। ਭਾਈ ਸਾਹਿਬ ਬੜੇ ਪਿਆਰ ਨਾਲ ਉਹਨਾਂ ਨੂੰ ਮਿਲੇ। ਭਾਈ ਸਾਹਿਬ ਸਰਦਾਰ ਉਜਲ ਸਿੰਘ ਜੀ ਦੇ ਘਰ ਠਹਿਰੇ ਹੋਏ ਸਨ। ਉਹ ਸੰਤ ਜੀ ਨੂੰ ਇੱਕ ਪਾਸੇ ਲੈ ਗਏ ਤੇ ਸੰਤ ਜੀ ਨੂੰ ਆਖਿਓ ਨੇ, ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ ਜ਼ੁਬਾਨ ਵਿੱਚ ਬੜਾ ਰਸ ਪੈ ਗਿਆ ਹੈ। ਜਿੱਥੇ ਸਾਨੂੰ ਖੁਸ਼ੀ ਹੋਈ ਹੈ ਉੱਥੇ ਇੱਕ ਫਿਕਰ ਵੀ ਪੈਦਾ ਹੋ ਗਿਆ। ਸੰਗਤਾਂ ਕਥਾ ਸੁਣਨਗੀਆਂ, ਉਹਨਾਂ ਨੂੰ ਸਵਾਦ ਆਵੇਗਾ, ਫਿਰ ਤੁਹਾਨੂੰ ਉਹ ਮੱਥਾ ਟੇਕਣਗੇ, ਭੇਟਾ ਦੇਣਗੇ। ਤੁਹਾਡੀ ਅਜੇ ਉਮਰ ਛੋਟੀ ਹੈ, ਕਿਤੇ ਹਉਮੈ ਵਿੱਚ ਨਾ ਆ ਜਾਇਓ। ਸੰਤ ਜੀ, ਜੇ ਹਉਮੈ ਆ ਗਈ ਨਾ ਤਾਂ ਫਿਰ ਤੁਹਾਡੀ ਤਰੱਕੀ ਰੁਕ ਜਾਵੇਗੀ। ਹਉਮੈ ਬੜੀ ਸੂਖਮ ਹੋ ਕੇ ਅੰਦਰ ਆ ਜਾਂਦੀ ਹੈ। ਭਾਵੇਂ ਬੰਦੇ ਨੂੰ ਪਤਾ ਨਹੀਂ ਲੱਗਦਾ, ਉਹ ਇਹ ਹੀ ਆਖਦਾ ਨਹੀਂ ਕੋਈ ਨਹੀਂ ਹਉਮੈ ਆਈ, ਪਰ ਪਤਾ ਨਹੀਂ ਲੱਗਦਾ ਇਹ ਕਈ ਵੇਸ ਧਾਰ ਕੇ ਆਉਂਦੀ ਹੈ। ਤੁਸੀਂ ਆਪਣੇ ਆਪ ਉੱਤੇ ਪਹਿਰਾ ਦਿੱਤਾ ਕਰੋ ਤਾਂ ਕਿ ਹਉਮੈ ਨਾ ਆ ਜਾਵੇ। ਅਸੀਂ ਜਦੋਂ ਰਾਤ ਨੂੰ ਸੌਂਦੇ ਹਾਂ ਨਾ ਤਾਂ ਸਾਰੇ ਦਿਨ ਦੇ ਹਾਲਾਤ ਨੂੰ ਤੋਲਦੇ ਹਾਂ, ਵੇਖਦੇ ਹਾਂ ਬਈ ਕਿਤੇ ਹਉਮੈ ਤਾਂ ਨਹੀਂ ਆ ਗਈ। ਤੁਸੀਂ ਵੀ ਇਸੇ ਤਰ੍ਹਾਂ ਕਰਿਆ ਕਰੋ। ਉੱਨੀ 1941 ਦੀ ਗੱਲ ਹੈ। ਦੂਸਰੀ ਸੰਸਾਰ ਜੰਗ ਦੇ ਦਿਨ ਸਨ। ਸਰਦਾਰ ਧਰਮਪਾਲ ਸਿੰਘ ਜੀ ਨੇ ਠੇਕੇਦਾਰੀ ਵਿੱਚੋਂ ਲੱਖਾਂ ਰੁਪਏ ਕਮਾਏ। ਉਹ ਵਾਹਿਗੁਰੂ ਦਾ ਸ਼ੁਕਰ ਕਰਦੇ ਕਰਦੇ ਅੰਮ੍ਰਿਤਸਰ ਭਾਈ ਸਾਹਿਬ ਦੇ ਕੋਲ ਆਏ। ਸਰਦਾਰ ਜੀ ਨੇ ਇਹ ਸਾਰੀ ਗੱਲ ਉਹਨਾਂ ਨੂੰ ਦੱਸੀ ਤੇ ਬੇਨਤੀ ਕੀਤੀ ਕਿ ਆਪ ਦੀਆਂ ਅਸੀਸਾਂ ਨਾਲ ਇੰਨੀ ਰਕਮ ਕਮਾਈਏ। ਸਰਦਾਰ ਜੀ ਨੇ ਕੁਝ ਮਾਇਆ ਪੇਸ਼ ਕੀਤੀ ਤੇ ਆਖਿਆ, ਇਹ ਰਕਮ ਦਸਵੰਧ ਦੀ ਏ, ਜਿੱਥੇ ਹੁਕਮ ਕਰੋ ਉਥੇ ਭੇਜ ਦਿਆਂ। ਭਾਈ ਸਾਹਿਬ ਬੜੇ ਖੁਸ਼ ਹੋਏ ਤੇ ਆਖਣ ਲੱਗੇ, ਵਾਹਿਗੁਰੂ ਦਾ ਸ਼ੁਕਰ ਕਰੋ ਜਿਸ ਦੀ ਮਿਹਰ ਹੋਈ ਹੈ। ਅੱਗੇ ਨਾਲੋਂ ਵੱਧ ਨਾਮ ਜਪੋ। ਦੂਜੇ ਦਿਨ ਭਾਈ ਸਾਹਿਬ ਜੀ ਨੇ ਸਰਦਾਰ ਜੀ ਨੂੰ ਸੱਦਿਆ ਤੇ ਬੱਚਿਆਂ ਵਾਂਗ ਸਿੱਖਿਆਵਾਂ ਦਿੱਤੀਆਂ। ਜਿਵੇਂ ਪਿਤਾ ਬੱਚੇ ਨੂੰ ਹਰ ਪਾਸੇ ਦੀਆਂ ਚੰਗੀਆਂ ਮੱਤਾਂ ਦਿੰਦਾ, ਇਸੇ ਤਰ੍ਹਾਂ ਭਾਈ ਸਾਹਿਬ ਨੇ ਉਹਨਾਂ ਨੂੰ ਵੀ ਸਿੱਖਿਆ ਦਿੱਤੀ। ਭਾਈ ਸਾਹਿਬ ਨੇ ਕਿਹਾ ਕਿ ਕੱਲ੍ਹ ਤੁਸੀਂ ਜੋ ਗੱਲ ਕੀਤੀ ਸੀ ਨਾ, ਉਸ ਬਾਰੇ ਤੁਹਾਨੂੰ ਕੁਝ ਦੱਸਣਾ ਹੈ। ਪਹਿਲੀ ਗੱਲ ਤਾਂ ਇਹ ਬਈ ਇਹ ਗੱਲ ਤੁਸੀਂ ਆਪਣੇ ਕੋਲ ਹੀ ਰੱਖਣੀ, ਬਾਹਰ ਨਾ ਕਰਨੀ। ਪਹਿਲੀ ਗੱਲ, ਤੁਸੀਂ ਕਬੀਲਦਾਰ ਹੋ। ਜਿਸ ਭੈਣ ਭਰਾ ਨੂੰ ਤੁਸੀਂ ਅੱਗੇ 10 ਰੁਪਏ ਦਿੰਦੇ ਹੋ ਤੇ ਉਹ ਖੁਸ਼ ਹੋ ਜਾਂਦਾ ਹੈ ਨਾ, ਹੁਣ 25 ਰੁਪਏ ਵੀ ਦਿਓਗੇ ਤਾਂ ਵੀ ਉਸ ਦੀ ਤਸੱਲੀ ਨਹੀਂ ਹੋਵੇਗੀ। ਦੁਨੀਆ ਵਿੱਚ ਸਦਾ ਹੀ ਉਤਰਾ ਚੜ੍ਹਾਅ ਲੱਗੇ ਰਹਿੰਦੇ ਨੇ। ਵਧਾਇਆ ਹੋਇਆ ਖਰਚਾ ਫਿਰ ਘਟਾਉਣਾ ਔਖਾ ਹੋ ਜਾਂਦਾ ਹੈ। ਦੂਜੀ ਗੱਲ, ਜੇ ਇਸ ਰਕਮ ਵਿੱਚੋਂ ਕੁਝ ਰਕਮ ਅਲੱਗ ਰੱਖ ਦਿਓ ਤੇ ਪ੍ਰਣ ਕਰੋ ਕਿ ਜਿੰਨੀ ਮਰਜ਼ੀ ਲੋੜ ਪਵੇ ਤੁਸੀਂ ਉਹ ਵਾਲੀ ਰਕਮ ਵਪਾਰ ਵਿੱਚ ਨਹੀਂ ਲਾਉਣੀ। ਜਦੋਂ ਕਦੇ ਔਖ ਸੌਖ ਆਵੇਗੀ ਨਾ ਤਾਂ ਤੁਸੀਂ ਘਬਰਾਓਗੇ ਨਹੀਂ, ਦੁਖੀ ਨਹੀਂ ਹੋਵੋਗੇ। ਰਿਜ਼ਰਵ ਪੈਸਾ ਪਾਸ ਹੋਣ ਨਾਲ ਦਿਲ ਨੂੰ ਤਸੱਲੀ ਰਹੇਗੀ। ਤੀਸਰੀ ਗੱਲ,
ਅਸਾਂ ਇਹ ਵੇਖਿਆ ਬਈ ਜਦੋਂ ਪੈਸਾ ਆ ਜਾਵੇ ਨਾ, ਚਾਂਦੀ ਸੋਨਾ ਆ ਜਾਵੇ, ਤਾਂ ਲੋਕਾਂ ਦਾ ਦਿਲ ਵੀ ਮੈਟਲ ਵਰਗਾ ਸਖਤ ਹੋ ਜਾਂਦਾ ਹੈ। ਦਿਲ ਸਖਤ ਹੋ ਜਾਣ ਨਾਲ ਉਹ ਦੂਜੇ ਦੇ ਦੁੱਖ ਸੁੱਖ ਨੂੰ, ਆਂਢੀ ਗੁਆਂਢੀ ਦੇ ਦੁੱਖ ਸੁੱਖ ਨੂੰ ਵੀ ਮਹਿਸੂਸ ਨਹੀਂ ਕਰਦਾ। ਮੇਰਾ ਜੀ ਕਰਦਾ ਹੈ ਤੁਸੀਂ ਨਾ ਆਪਣੇ ਮਨ ਨੂੰ ਜ਼ਰਾ ਕੋਮਲ ਰੱਖਣ ਦਾ ਯਤਨ ਕਰਨਾ। ਜਦੋਂ ਦਿਲ ਨਰਮ ਹੋ ਜਾਏ ਨਾ, ਫਿਰ ਉਹ ਦੂਜੇ ਦੀ ਪੀੜ ਨੂੰ ਮਹਿਸੂਸ ਕਰਦਾ ਹੈ। ਉੱਨੀ ਸੌ 36-37 ਦੀ ਗੱਲ ਹੈ। ਬੀਬੀ ਜੈ ਮਿਸਿਜ਼ ਅਜੀਤ ਸਿੰਘ ਲਾਹੌਰ ਵਾਲੇ ਕੁਝ ਘੰਟਿਆਂ ਲਈ ਭਾਈ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ। ਮਿਸਿਸ ਚੈਟਰਜੀ ਵੀ ਉਹਨਾਂ ਦੇ ਨਾਲ ਸੀ। ਉਹ 9 ਵਜੇ ਦੇ ਕਰੀਬ ਭਾਈ ਸਾਹਿਬ ਹੋਰਾਂ ਦੇ ਦਰਸ਼ਨ ਕਰਨ ਲਈ ਪਹੁੰਚ ਗਈਆਂ। ਭਾਈ ਸਾਹਿਬ ਚੀਫ ਖਾਲਸਾ ਦੀਵਾਨ ਦੀ ਕਿਸੇ ਮੀਟਿੰਗ ਤੇ ਗਏ ਹੋਏ ਸਨ। ਉਹ 11 ਵਜੇ ਵਾਪਸ ਆਏ। ਭਾਈ ਸਾਹਿਬ ਨੇ ਉਹਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਕੁਝ ਦੇਰ ਪਿੱਛੋਂ ਇਹ ਬੀਬੀਆਂ ਵਾਪਸ ਜਾਣ ਲਈ ਤਿਆਰ ਹੋ ਪਈਆਂ। ਭਾਈ ਸਾਹਿਬ ਨੇ ਕਿਹਾ, ਹੁਣ ਪ੍ਰਸ਼ਾਦ ਦਾ ਵੇਲਾ ਹੈ, ਪ੍ਰਸ਼ਾਦਾ ਛਕ ਕੇ ਜਾਇਓ। ਬੀਬੀ ਜੈ ਜੀ ਆਖਣ ਲੱਗੇ, ਕਾਰ ਸਰਦਾਰ ਜੀ ਹੋਰਾਂ ਨੂੰ ਜਲਦੀ ਚਾਹੀਦੀ ਸੀ, ਇਸ ਲਈ ਹੋਰ ਰੁਕਣਾ ਠੀਕ ਨਹੀਂ। ਭਾਈ ਸਾਹਿਬ ਆਖਣ ਲੱਗੇ, ਦੇਰੀ ਤੇ ਹੋ ਹੀ ਗਈ ਹੈ, ਹੁਣ ਪ੍ਰਸ਼ਾਦਾ ਛਕ ਕੇ ਹੀ ਜਾਇਓ। ਮਿਸਿਸ ਚੈਟਰਜੀ ਆਖਣ ਲੱਗੇ, मैं जब तक ठाकुर जी को भोग न लगाऊं अन्न ग्रहण नहीं करती। उसने 2 बार इस तरह दे बचन आखे। बीबी जय ने उन्होंने जरा जोर दे के आख्या, बई महापुरुष आखदे पए ने, ना नहीं करीदी। भाई साहब जी ने वेख लिया ते बीबी जय नूं आखण लगे, जिवें किसे दा निश्चा होवे ना, दखल नहीं देईदा। मिसिस चैटरजी आखण लगी, मैं प्रसाद साथ ले जाऊंगी। भाई साहब ने बीबी जय नूं आख्या कि प्रसादा जल्दी तैयार करवा देने आ ताकि तुसी जल्दी जा सको। भाई साहब आप रसोई विच गए। अगे आप 1 वजे प्रसादा छकदे सन, पर अज 12 वजे तक ही प्रसादा आ गया। जदों मेज ते बैठे तां मिसिस चैटरजी नूं आखण लगे, ठाकुर जी को तो भोग लग चुका है, आप भी प्रसाद छक ले। मिसिस चैटरजी ने कहा कि जिस तरह तुसी हुक्म कर दो ठीक है। प्रसादा छक के उतर पईयां। घर पुज के मिसिस चैटरजी जल्दी नाल बाथरूम विच गई ताकि हथ मूंह धो के ठाकुर जी नूं भोग ला सके। उसदी लड़की ने आख्या, मम्मी मैंने तो ठाकुर जी को भोग लगा दिया। डैडी आ गए थे और वो खाना मांग रहे थे। जैसे आप भोग लगाती थी ना, बिल्कुल वैसे ही भोग लगा के डैडी को खाना दे दिया। ये गल सुन के मिसिस चैटरजी रोन लग पई, बड़ी रोई। घरवाला उसनूं पुछे, बई की गल है? उसने सारी गल दसी। मेरे कोलों बड़ी वड्डी गलती हुई है। प्यारे गुरमुख जी ने कहा सी, ठाकुर जी को तो भोग लग चुका है, पर मैनूं यकीन ना आया। हुण जदों तक जाके मुआफ़ी ना मंगा, मेरी तसल्ली नहीं होनी। उस तो मगरों ये पति पत्नी भाई साहब होरां दे कोल बहुत वार आउंदे रहे। एक वार दी गल है, कई लोग भाई साहब होरां दे कोल आए। भाई साहब जी ने कहा, तुसीं एवें मैनूं तंग करदे हो, दूरों दूरों काम छड्ड के औखे हो के आउंदे हो। मैं ते कोई गल भी लुका के नहीं रखी। जो कुछ मैनूं गुरु नानक दे दरों मिलिया है, मैं सारा कुछ लिख दिता है। जिहड़ियां गल्लां भी मेरे तजर्बे विच आईयां ने, सब लिख दित्तियां ने, पर तुसीं पढ़दे नहीं, खोज नहीं करदे। भाई साहब होरां ने भगत फरीद जी दा इह सलोक पढ़िया। फरीदा, जे मैं होंदा वारिया, मित्तां आयड़ियां, हेड़ा जलै मजीठ ज्यों उपर अंगारां।
ਸਰਦਾਰ ਮਨਮੋਹਨ ਸਿੰਘ ਜੀ ਆਖਣ ਲੱਗੇ, ਭਾਈ ਸਾਹਿਬ ਸਾਨੂੰ ਇਸ ਦੇ ਅਰਥ ਸਮਝਾਓ। ਭਾਈ ਸਾਹਿਬ ਨੇ ਜਵਾਬ ਦਿੱਤਾ, ਫਰੀਦ ਜੀ ਕਹਿੰਦੇ ਨੇ, ਜੇ ਮੈਂ ਆਪਣੇ ਮਿੱਤਰਾਂ ਪਾਸੋਂ ਜੋ ਮੇਰੇ ਪਾਸ ਆਉਂਦੇ ਨੇ, ਜੇ ਮੈਂ ਕੋਈ ਚੀਜ਼ ਛੁਪਾ ਕੇ ਰੱਖਾਂ ਤਾਂ ਮੇਰਾ ਸਰੀਰ ਇਸ ਤਰ੍ਹਾਂ ਜਲੇ ਜਿਵੇਂ ਮਜੀਠ ਨੂੰ ਅੰਗਿਆਰਾਂ ਤੇ ਪਾਉਣ ਨਾਲ ਜਲਦੀ ਹੈ। ਯਾਦ ਰਹੇ, ਅੰਗਿਆਰਾਂ ਉੱਤੇ ਮਜੀਠ ਪਾਉਣ ਨਾਲ ਉਹ ਧੁਖਦੀ ਰਹਿੰਦੀ ਹੈ, ਬਲਦੀ ਨਹੀਂ। ਇਹ ਬਚਨ ਆ ਕੇ ਭਾਈ ਸਾਹਿਬ ਹੋਰਾਂ ਦੇ ਨੇਤਰ ਵੀ ਭਰ ਗਏ ਤੇ ਸੁਣਨ ਵਾਲੇ ਵੀ ਸਾਰੇ ਕੰਬ ਗਏ। ਸਰਗੋਧੇ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ। ਸੰਤ ਸੰਗਤ ਸਿੰਘ ਜੀ ਪ੍ਰਚਾਰ ਲਈ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਹੀ ਪਹੁੰਚੇ ਹੋਏ ਸਨ। ਉਹਨਾਂ ਦਿਨਾਂ ਵਿੱਚ ਬਾਰਿਸ਼ਾਂ ਹੋ ਰਹੀਆਂ ਸਨ। ਇਹੋ ਜਿਹੀ ਝੜੀ ਲੱਗੀ ਕਿ ਬਾਰਿਸ਼ ਬੰਦ ਹੋਣ ਵਿੱਚ ਹੀ ਨਾ ਆਵੇ। ਸਾਰੇ ਪ੍ਰਬੰਧਕ ਘਬਰਾ ਰਹੇ ਸਨ ਕਿ ਸਮਾਂ ਬੜਾ ਥੋੜ੍ਹਾ ਰਹਿ ਗਿਆ, ਪ੍ਰਬੰਧ ਕਿਵੇਂ ਹੋਵੇਗਾ। ਵਿਚਾਰ ਹੋਈ ਕਿ ਭਾਈ ਸਾਹਿਬ ਜੀ ਹੋਰਾਂ ਨੂੰ ਟੈਲੀਗ੍ਰਾਮ ਭੇਜੀ ਜਾਏ ਤਾਂ ਕਿ ਤਰੀਕ ਬਦਲ ਦਈਏ। ਪ੍ਰਬੰਧਕ ਸੰਤ ਸੰਗਤ ਸਿੰਘ ਜੀ ਹੋਰਾਂ ਕੋਲ ਗਏ ਕਿ ਦੱਸੋ ਕਿਵੇਂ ਕਰੀਏ। ਉਹਨਾਂ ਨੇ ਆਖਿਆ, ਤੁਸੀਂ ਜ਼ਰਾ ਇੱਕ ਦਿਨ ਹੋਰ ਰੁਕੋ, ਫਿਰ ਵਿਚਾਰਾਂਗੇ। ਹੁਣ ਵਾਹਿਗੁਰੂ ਦੇ ਰੰਗ ਕੇ ਦੂਜੇ ਦਿਨ ਬਾਰਿਸ਼ ਬੰਦ ਹੋ ਗਈ। ਭਾਈ ਸਾਹਿਬ ਜੀ ਵੀ ਉੱਥੇ ਪਹੁੰਚੇ। ਕਿਸੇ ਨੇ ਪੁੱਛਿਆ, ਬਈ ਕੀ ਅਰਦਾਸ ਕਰਨੀ ਚਾਹੀਦੀ ਹੈ ਕਿ ਨਹੀਂ। ਭਾਈ ਸਾਹਿਬ ਜੀ ਨੇ ਆਖਿਆ, ਮੈਂ ਤੇ ਕਰਦਾ। ਸਰਗੋਧੇ ਤੋਂ ਮੇਰੇ ਪਾਸ ਬੜੀਆਂ ਤਾਰਾਂ ਪਹੁੰਚੀਆਂ ਕਿ ਬਾਰਿਸ਼ ਬੰਦ ਨਹੀਂ ਹੋ ਰਹੀ, ਕਾਨਫਰੰਸ ਦਾ ਪ੍ਰਬੰਧ ਨਹੀਂ ਹੋ ਸਕਦਾ। ਮੈਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਗਿਆ। ਉੱਥੇ ਪਹੁੰਚ ਕੇ ਅਰਦਾਸ ਕੀਤੀ, ਵਾਹਿਗੁਰੂ ਜੀ ਦੀ ਮਿਹਰ ਹੋਈ ਤੇ ਬਾਰਿਸ਼ ਬੰਦ ਹੋ ਗਈ। ਸਰਗੋਧੇ ਦੇ ਦੋ ਸੱਜਣ ਭਾਈ ਸੁੱਧ ਸਿੰਘ ਜੀ ਨੂੰ ਕਹਿਣ ਲੱਗੇ ਕਿ ਉਹ ਉਹਨਾਂ ਨਾਲ ਅੰਮ੍ਰਿਤਸਰ ਚੱਲਣ। ਆਖਣ, ਭਾਈ ਸਾਹਿਬ ਤੁਸੀਂ ਜਿਨ੍ਹਾਂ ਦੇ ਬਚਨ ਸੁਣਾਉਂਦੇ ਹੋ ਉਹਨਾਂ ਦੇ ਦਰਸ਼ਨ ਕਰਵਾ ਦਿਓ। ਭਾਈ ਸੁੱਧ ਸਿੰਘ ਜੀ ਬੜੀ ਦੁਬਿਧਾ ਵਿੱਚ ਸਨ ਕਿ ਕੀ ਕਰਾਂ, ਕਿਉਂਕਿ ਭਾਈ ਸਾਹਿਬ ਦਾ ਹੁਕਮ ਸੀ ਬਈ ਐਵੇਂ ਨਵੇਂ-ਨਵੇਂ ਵਾਕਫ ਨਾ ਬਣਾਇਆ ਕਰੋ। ਭਾਈ ਸਾਹਿਬ ਜੀ ਦਾ ਉਹਨਾਂ ਨਾਲ ਰੋਜ਼ ਵਾਹ ਪੈਂਦਾ ਸੀ। ਇਸ ਲਈ ਭਾਈ ਸੁੱਧ ਸਿੰਘ ਨੇ ਉਹਨਾਂ ਨੂੰ ਆਖਿਆ, ਬਈ ਮੈਂ ਤੁਹਾਡੇ ਨਾਲ ਤੇ ਨਹੀਂ ਚੱਲ ਸਕਦਾ, ਪਰ ਤੁਸੀਂ ਨਾ ਅਰਦਾਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਤੁਰ ਪਵੋ। ਜਦੋਂ ਉਹ ਸੱਜਣ ਅੰਮ੍ਰਿਤਸਰ ਪਹੁੰਚੇ ਤਾਂ ਭਾਈ ਸਾਹਿਬ ਛਾਪੇਖਾਨੇ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੇ ਦੱਸਿਆ ਕਿ ਭਾਈ ਸੁੱਧ ਸਿੰਘ ਨੇ ਉਹਨਾਂ ਨੂੰ ਭੇਜਿਆ। ਭਾਈ ਸਾਹਿਬ ਜੀ ਉਹਨਾਂ ਨੂੰ ਉੱਪਰ ਲੈ ਗਏ, ਬਚਨ ਕਰਦੇ ਰਹੇ। ਕੁਝ ਸਮੇਂ ਪਿੱਛੋਂ ਭਾਈ ਸੁੱਧ ਸਿੰਘ ਜੀ ਭਾਈ ਸਾਹਿਬ ਹੋਰਾਂ ਨੂੰ ਅੰਮ੍ਰਿਤਸਰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਦੋ ਆਦਮੀ ਭੇਜੇ ਸਨ, ਅਸੀਂ ਉਹਨਾਂ ਨੂੰ ਉੱਤੇ ਲੈ ਆਏ ਸਾਂ। ਇੱਕ ਤਾਂ ਚੁਬਾਰੇ ਚੜ੍ਹਿਆ ਹੀ ਹੋਇਆ ਸੀ ਤੇ ਦੂਜਾ ਵਿਚਾਰਾ ਦਲੀਜ਼ ਵਿੱਚ ਹੀ ਖਲੋ ਗਿਆ। ਅਸੀਂ ਬਾਂਹ ਫੜ ਕੇ ਅੰਦਰ ਕਰ ਲਿਆ। ਭਾਈ ਸਾਹਿਬ ਜੀ ਨੇ ਭਾਈ ਸੁੱਧ ਸਿੰਘ ਤੋਂ ਪੁੱਛਿਆ, ਤੁਸੀਂ ਮਤਲਬ ਸਮਝ ਗਏ ਹੋ? ਅੱਗੋਂ ਭਾਈ ਸੁੱਧ ਸਿੰਘ ਕਹਿਣ ਲੱਗੇ, ਨਹੀਂ ਜੀ, ਮੈਂ ਨਹੀਂ ਸਮਝਿਆ। ਭਾਈ ਸਾਹਿਬ ਨੇ ਫਿਰ ਕਿਹਾ, ਬਈ ਇੱਕ ਸੱਜਣ ਸਮਝਦਾ ਸੀ ਬਈ ਉਹ ਕੁਝ ਹੈ, ਉਹ ਕੁਝ ਕਰਦਾ ਹੈ, ਕੁਝ ਪਹੁੰਚਿਆ ਹੋਇਆ, ਉਹ ਤੇ ਝੱਟ ਅੰਦਰ ਆ ਗਿਆ ਤੇ ਦੂਜਾ ਵਿਚਾਰਾ ਡਰ ਕੇ ਦਲੀਜ਼ ਵਿੱਚ ਹੀ ਖੜਾ ਹੋ ਗਿਆ। ਅਸੀਂ ਪਿਆਰ ਨਾਲ ਫੜ ਕੇ ਉਸ ਨੂੰ ਅੰਦਰ ਕਰ ਲਿਆ। ਦੱਸੋ, ਜਿਹੜਾ ਪਹਿਲਾਂ ਹੀ ਚੁਬਾਰੇ ਤੇ ਚੜ੍ਹਿਆ ਉਹਦੇ ਕੋਲ ਪਹੁੰਚਣਾ ਤੇ ਬੜਾ ਮੁਸ਼ਕਲ ਹੈ। ਕੋਈ ਚੁਬਾਰੇ ਤੇ ਚੜ੍ਹੇ ਤਾਂ ਹੀ ਉਸ ਨੂੰ ਮਿਲੇ ਨਾ। ਅਸੀਂ ਹੇਠਾਂ ਜੂ ਹੋਏ। ਜਿਹੜਾ ਹੇਠਾਂ ਸੀ ਉਸ ਨੂੰ ਵਾਹਿਗੁਰੂ ਦਾ ਨਾਮ ਮਿਲ ਗਿਆ ਤੇ ਉਹ ਜਿਉਂ ਪਿਆ।